Dear student, today we are going to discuss the application of resolution of vector part 9. बेटा कल असी जिहड़ा पार्ट 8 ਦੇ ਵਿੱਚ ਅਸੀਂ डिस्कस ਕੀਤਾ ਸੀ कि resolution of vector ਕੀ ਹੈ जो बहुत ही इंपॉर्टेंट टॉपिक है फ्रॉम द एग्जामिनेशन पॉइंट ऑफ व्यू ਤੇ ਜੇ ਤੁਸੀਂ ਵੈਕਟਰ ਚੈਪਟਰ ਵਿੱਚ ਬਣਿਆ ਰਹਿਣਾ ਚਾਹੁੰਦੇ ਹੋ ਤੇ ਸਾਨੂੰ ਉਹ ਵਾਲਾ ਜਿਹੜਾ ਆਰਟੀਕਲ ਹੈ ਜਿਹੜਾ ਮੈਂ ਕੱਲ ਕਰਾਇਆ ਪਾਰਟ 8 ਤੁਹਾਨੂੰ ਸਾਰਾ ਸਮਝ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਵੈਕਟਰ ਨੂੰ ਰਿਜ਼ੋਲਵ ਕਰ ਸਕਦੇ ਹੋ ਦੋ ਕੰਪੋਨੈਂਟ ਦੇ ਵਿੱਚ ਜੇ ਉਹ ਤੁਸੀਂ ਲੈਕਚਰ ਚੰਗੇ ਤਰੀਕੇ ਨਾਲ ਸਮਝਿਆ ਤਾਂ ਤੁਹਾਨੂੰ ਜਿਹੜਾ ਹੈ ਅੱਜ ਦਾ ਜਿਹੜਾ ਇਹ ਲੈਕਚਰ ਜਿਹੜਾ ਹੈ ਉਹ ਕਲੀਅਰ ਹੋਏਗਾ now today we are going to discuss only the application of resolution of vectors resolution of vector ਜਿਹੜਾ ਹੈ ਡੇਲੀ ਲਾਈਫ ਦੇ ਵਿੱਚ ਅਸੀਂ ਕਿੱਥੇ ਕਿੱਥੇ ਇਹਨੂੰ ਅਪਲਾਈ ਕਰ ਸਕਦੇ ਹਾਂ ਉਹਦੇ ਬਾਰੇ ਅਸੀਂ ਅੱਜ ਡਿਸਕਸ ਕਰਨ ਜਾ ਰਹੇ ਹਾਂ now the first application is number 1 walking of man ਜਦੋਂ ਅਸੀਂ ਤੁਰਦੇ ਹਾਂ ਤੁਸੀਂ ਵੀ ਡੇਲੀ ਲਾਈਫ 'ਚ ਵਾਕ ਕਰਦੇ ਹੋ ਤੁਰਦੇ ਹੋ ਇਹ ਜਿਹੜਾ walking of man ਹੈ ਇਹ ਐਗਜ਼ਾਮਪਲ ਹੈ resolution of forces ਇਹਦਾ ਮਤਲਬ ਸਾਨੂੰ ਜਿਹੜੀ ਹੈ ਰੈਜ਼ੋਲੂਸ਼ਨ ਦਾ ਪਹਿਲਾ ਫਾਇਦਾ ਡੇਲੀ ਹੋ ਰਿਹਾ ਹੈ ਜਦੋਂ ਵੀ ਅਸੀਂ ਵਾਕ ਕਰਦੇ ਹਾਂ ਇਹਦਾ ਮਤਲਬ ਹੈ ਕਿ ਸਾਨੂੰ ਜਿਹੜਾ ਹੈ ਰੈਜ਼ੋਲੂਸ਼ਨ ਆਫ ਫੋਰਸਿਸ ਦੇ ਅਕੋਰਡਿੰਗ ਹੀ ਅਸੀਂ ਵਾਕ ਕਰ ਸਕਦੇ ਹਾਂ ਆਓ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ ਇਹ ਦੇਖੋ ਮੰਨ ਲਓ ਵੀ ਇਹ ਤੁਹਾਡਾ ਜਿਹੜਾ ਹੈ ਮੰਨ ਲਓ ਪੈਰ ਜਿਹੜਾ ਇਹ ਤੁਹਾਡੀ ਜਿਹੜੀ ਥੱਲੇ ਬਣਾਈ ਹੈ ਦਿਸ ਇਜ਼ ਦਾ ਗਰਾਊਂਡ ਜਦੋਂ ਅਸੀਂ ਤੁਰਦੇ ਹਾਂ ਤੇ ਅਸੀਂ ਕੀ ਕਰਦੇ ਹਾਂ ਆਪਣੇ ਪੈਰ ਦੇ ਨਾਲ ਗਰਾਊਂਡ ਨੂੰ ਪਿਛਾਂ ਨੂੰ ਪ੍ਰੈਸ ਕਰਦੇ ਆ ਤੁਸੀਂ ਹੁਣ ਤੁਰ ਕੇ ਦੇਖਣਾ ਹੈ ਜਦੋਂ ਤੁਰੋਗੇ ਗਾਂ ਨੂੰ ਤੁਰਦੇ ਜੇ ਇੱਕ ਪੈਰ ਜਿਹੜਾ ਪਿੱਛੇ ਹੈ ਨਾ ਉਹ ਦੇਖੋ ਧਿਆਨ ਨਾਲ ਤੁਸੀਂ ਪੈਰ ਨੂੰ ਗਰਾਊਂਡ ਨੂੰ ਪਿਛਾਂ ਨੂੰ ਕੀ ਕਰਦੇ ਹੋ ਪ੍ਰੈਸ ਕਰਦੇ ਹੋ ਆ ਦੇਖੋ ਜਦੋਂ ਅਸੀਂ ਵਾਕਿੰਗ ਕਰਦੇ ਆ ਪਿਛਲਾ ਅੱਡੀ ਤਾਂ ਚੁੱਕੀ ਗਈ ਤੇ ਤੁਸੀਂ ਪੈਰ ਦੇ ਨਾਲ ਜਿਹੜਾ ਤੁਹਾਡਾ ਇਹ ਪੱਬ ਹੈ ਇਹਦੇ ਨਾਲ ਤੁਸੀਂ ਕੀ ਕੀਤਾ ਗਰਾਊਂਡ ਨੂੰ ਪ੍ਰੈਸ ਕੀਤਾ ਤੁਸੀਂ ਬੈਕਵਰਡ ਫੋਰਸ ਲਗਾਈ ਹਾਂਜੀ ਕਿੰਨੀ ਫੋਰਸ ਲਗਾਈ ਸਪੋਜ਼ ਇਟ ਇਜ਼ ਇਕੁਅਲ ਟੂ F ਇਸ ਫੋਰਸ ਨੇ ਗਰਾਊਂਡ ਦੇ ਨਾਲ ਕਿੰਨਾ ਐਂਗਲ ਬਣਾਇਆ ਥੀਟਾ ਹਾਂਜੀ ਕਲੀਅਰ ਹੋ ਗਿਆ ਜਦੋਂ ਵੀ ਤੁਰਾਂਗੇ ਗਰਾਊਂਡ ਨੂੰ ਬੈਕਵਰਡ ਪ੍ਰੈਸ ਕਰਾਂਗੇ ਐਟ ਐਨ ਐਂਗਲ ਕਿੰਨੇ ਤੇ ਥੀਟਾ ਤੇ ਅਸੀਂ ਨਿਊਟਨ ਦਾ ਜਿਹੜਾ ਲਾਅ ਹੈ ਥਰਡ ਲਾਅ 9th ਕਲਾਸ ਚ ਪੜਿਆ ਸੀ ਕਿ ਜਦੋਂ ਵੀ ਐਕਸ਼ਨ ਹੁੰਦਾ ਹੈ ਨਾਲ ਉਹਦਾ ਇਕੁਅਲ ਤੇ ਆਪੋਜੀਟ ਜਿਹੜਾ ਹੈ ਸਾਨੂੰ ਰਿਐਕਸ਼ਨ ਜ਼ਰੂਰ ਮਿਲਦਾ ਹੈ ਅਸੀਂ ਐਕਸ਼ਨ ਕੀਤਾ ਕਿਹੜਾ ਐਕਸ਼ਨ ਕੀਤਾ ਕਿ ਅਸੀਂ ਗਰਾਊਂਡ ਨੂੰ ਅਸੀਂ ਫੋਰਸ ਲਗਾਈ ਉਹਨੂੰ ਪ੍ਰੈਸ ਕੀਤਾ ਨਾਓ ਦਿਸ ਇਜ਼ ਦਾ ਐਕਸ਼ਨ ਤੇ ਗਰਾਊਂਡ ਨੇ ਸਾਨੂੰ ਜਿਹੜਾ ਹੈ ਦੇਖੋ ਧਿਆਨ ਨਾਲ ਬਿਲਕੁਲ ਉਹਦੇ ਆਪੋਜੀਟ ਸਾਨੂੰ ਕੀ ਦੇ ਦਿੱਤਾ ਰਿਐਕਸ਼ਨ ਪ੍ਰੋਵਾਈਡ ਕੀਤਾ ਨਾਓ ਦਿਸ ਇਜ਼ ਦਾ ਐਕਸ਼ਨ ਨਾਓ ਵਾਟ ਇਜ਼ ਆਰ ਇਟ ਇਜ਼ ਅ ਰਿਐਕਸ਼ਨ ਨਾਓ ਦਿਸ ਇਜ਼ ਜਸਟ ਆਪੋਜੀਟ ਟੂ F ਆ ਦੇਖੋ ਬਿਲਕੁਲ ਮੈਂ ਉਹਦੇ ਆਪੋਜੀਟ ਹੀ ਜਿਹੜਾ ਹੈ ਇਹਨੂੰ ਡਰਾ ਕੀਤਾ ਹੈ ਤੇ ਨਾਲੇ ਦੋਨਾਂ ਦੀ ਵੈਲਿਊ ਜਿਹੜੀ ਹੈ ਉਹ ਸੇਮ ਹੋਏਗੀ ਜਿੰਨਾ R ਹੋਏਗਾ ਓਨਾ ਹੀ ਜਿਹੜਾ ਹੈ F ਹੋਏਗਾ ਬਟ ਫਰਕ ਕੀ ਹੈ ਕਿ ਦੋਨਾਂ ਦੀ ਡਾਇਰੈਕਸ਼ਨ ਜਿਹੜੀ ਹੈ ਉਹ ਆਪੋਜੀਟ ਹੋਏਗੀ ਮੈਗਨੀਟਿਊਡ ਸੇਮ ਹੋਏਗਾ ਦੋਨਾਂ ਦਾ ਬਟ ਡਾਇਰੈਕਸ਼ਨ ਜਿਹੜੀ ਹੈ ਉਹ ਉਹਦੇ ਕੀ ਆਏਗੀ ਆਪੋਜੀਟ ਹੋਏਗੀ ਮਾਈਨਸ ਸਾਈਨ ਕਿਉਂ ਪਾਇਆ ਬਿਕੋਜ਼ ਜਿਹੜੇ ਹੈ ਦੋ ਵੈਕਟਰ ਇਕੁਅਲ ਤੇ ਆਪੋਜੀਟ ਸ਼ੋ ਕਰਨੇ ਹੋਣ ਆਪੋਜੀਟ ਵਾਸਤੇ ਅਸੀਂ ਮਾਈਨਸ ਦਾ ਸਾਈਨ ਪਾਉਂਦੇ ਹਾਂ ਨਾਓ what is R it is a reaction now this is the force ਹੁਣ ਅਸੀਂ ਕੱਲ ਤੇ ਆਈਏ ਟੌਪਿਕ ਦੇ ਉੱਤੇ ਜਦੋਂ ਅਸੀਂ ਰੈਜ਼ੋਲੂਸ਼ਨ ਬਾਰੇ ਪੜ੍ਹ ਰਹੇ ਸੀ ਤੇ ਮੈਂ ਕੀ ਕਿਹਾ ਸੀ ਕਿ ਜਿਹੜੇ ਵੈਕਟਰ ਨੂੰ ਰਿਜ਼ੋਲਵ ਕਰਨਾ ਹੈ ਆ ਦੇਖੋ ਆ ਮੇਰਾ ਰਿਐਕਸ਼ਨ ਹੈ ਜਿਹੜੇ ਵੈਕਟਰ ਨੂੰ ਰਿਜ਼ੋਲਵ ਕਰਨਾ ਹੈ ਉਹਦੀ ਟੇਲ ਤੇ ਜਾਣਾ ਹੈ ਮੈਂ ਇੱਥੇ ਲਿਖ ਦੇਣਾ ਜਿਸ ਵੈਕਟਰ ਨੂੰ ਤੁਸੀਂ ਰਿਜ਼ੋਲਵ ਕਰਨਾ ਚਾਹੁੰਦੇ ਹੋ ਉਹਦੀ ਟੇਲ ਤੇ ਜਾਓ ਇਸ ਵੈਕਟਰ ਦੀ ਟੇਲ ਇੱਥੇ ਆ ਕਲੀਅਰ ਇੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਦੋ ਪਰਪੈਂਡੀਕੂਲਰ ਲਾਈਨਸ ਜਿਹੜੀਆਂ ਨੇ ਡਰਾ ਕਰਨੀਆਂ ਇਸ ਤਰ੍ਹਾਂ ਡਰਾ ਕਰਨੀ ਹੈ ਕਿ ਆਹ ਵਾਲਾ ਜਿਹੜਾ ਵੈਕਟਰ ਹੈ ਉਹ ਉਹਨਾਂ ਦੋਨਾਂ ਪਰਪੈਂਡੀਕੂਲਰ ਲਾਈਨਸ ਦੇ ਵਿਚਕਾਰ ਹੋਣਾ ਚਾਹੀਦਾ ਹੈ ਆ ਦੇਖੋ ਇਥੋਂ ਟੇਲ ਤੇ ਜਾ ਕੇ ਇੱਕ ਆ ਦੇਖੋ ਪਿੰਕ ਕਲਰ ਦੀ ਇੱਕ ਇੱਧਰ ਨੂੰ ਕਰਤੀ ਇੱਕ ਆ ਦੋ ਮੈਂ ਪਰਪੈਂਡੀਕੂਲਰ ਲਾਈਨਸ ਜਿਹੜੀਆਂ ਨੇ ਉਹ ਡਰਾ ਕਰ ਦਿੱਤੀਆਂ ਨੇ ਤੇ ਆ ਵੈਕਟਰ ਉਹਦੇ ਇਨ ਬਿਟਵੀਨ ਆਈ ਥਿੰਕ ਯੂ ਗੋਟ ਇਟ ਦਿਸ ਪੁਆਇੰਟ ਨਾਓ
ਜਦੋਂ ਅਸੀਂ ਦੇਖਿਆ ਕਿ ਆ ਐਂਗਲ ਥੀਟਾ ਹੈ ਤੇ ਆ ਵੀ ਐਂਗਲ ਥੀਟਾ ਹੋਏਗਾ, ਕਿਉਂਕਿ ਅਸੀਂ ਪੜਿਆ ਕਿ ਵਰਟੀਕਲ ਆਪੋजिट ਐਂਗਲਸ ਜਿਹੜੇ ਹੁੰਦੇ ਨੇ ਉਹ ਹਮੇਸ਼ਾ ਇਕੁਅਲ ਹੁੰਦੇ ਨੇ। ਇਹ ਦੋਨੋਂ ਵਰਟੀਕਲ ਆਪੋजिट ਐਂਗਲ ਹੋਣ ਕਰਕੇ ਜੇ ਆ ਥੀਟਾ ਹੈ ਤੇ ਆ ਵੀ ਸਾਡੇ ਕੋਲ ਐਂਗਲ ਕਿਹੜਾ ਆ ਗਿਆ, ਥੀਟਾ ਆ ਗਿਆ। ਨਾਓ ਕੱਲ ਦਾ ਪੁਆਇੰਟ ਫਿਰ ਨੋਟ ਕਰੋ ਕਿ ਜਿਹੜੇ ਪਾਸੇ ਐਂਗਲ ਨਜ਼ਰ ਆਉਂਦਾ ਹੈ ਉਸ ਪਾਸੇ ਕਿਹੜਾ ਕੰਪੋਨੈਂਟ ਲਿਖੀਦਾ ਹੈ। ਸਾਨੂੰ ਪਤਾ ਹੈ ਜਿਹੜੇ ਪਾਸੇ ਐਂਗਲ ਆਉਂਦਾ ਉਸ ਪਾਸੇ cos ਵਾਲਾ ਕੰਪੋਨੈਂਟ ਹੁੰਦਾ ਹੈ। ਜੇ ਬੇਟਾ ਉਹ ਵੀਡੀਓ ਨਹੀਂ ਦੇਖੀ, ਦੁਬਾਰਾ ਤੁਸੀਂ ਜਿਹੜਾ ਹੈ ਉਹਦਾ ਜਿਹੜਾ ਪੋਰਸ਼ਨ ਹੈ ਰੈਕਟੈਂਗੂਲਰ ਕੰਪੋਨੈਂਟ ਵਾਲਾ ਜ਼ਰੂਰ ਦੇਖੋ, ਉਸ ਤੋਂ ਬਗੈਰ ਅਸੀਂ ਫਰਦਰ ਕੰਟੀਨਿਊ ਨਹੀਂ ਕਰ ਸਕਦੇ। ਨਾਓ r ਨੂੰ ਤੋੜਿਆ, ਇਸ ਪਾਸੇ ਕੰਪੋਨੈਂਟ ਕਿਹੜਾ ਆ ਗਿਆ, r cos ਥੀਟਾ, ਜਿਹੜੇ ਪਾਸੇ ਐਂਗਲ ਬਣਿਆ, ਤੇ ਦੂਸਰਾ ਕੰਪੋਨੈਂਟ ਸਾਡੇ ਕੋਲ ਕਿਹੜਾ ਆ ਜਾਏਗਾ, r sin ਥੀਟਾ। ਤੇ ਆ ਐਰੋ ਪਾਣੀਆਂ ਬਹੁਤ ਹੀ ਜ਼ਰੂਰੀ ਹੈ। ਸਾਨੂੰ ਪਤਾ ਲੱਗਦਾ ਹੈ ਕਿ r cos ਥੀਟਾ ਇਸ ਡਾਇਰੈਕਸ਼ਨ 'ਚ ਹੈ ਤੇ r sin ਥੀਟਾ ਜਿਹੜਾ ਹੈ ਉੱਪਰ ਵਾਲੀ ਡਾਇਰੈਕਸ਼ਨ 'ਚ ਆ ਗਿਆ। ਆਈ ਥਿੰਕ ਕਲੀਅਰ। ਨਾਓ r sin ਥੀਟਾ ਦਾ ਕੀ ਕੰਮ ਹੈ, r sin ਥੀਟਾ ਜਸਟ ਬੈਲੈਂਸ ਆਵਰ weight, ਇਹ ਸਾਡੇ weight ਨੂੰ ਪੂਰਾ ਬੈਲੈਂਸ ਕਰੇਗਾ। ਤੇ weight ਦਾ ਫਾਰਮੂਲਾ ਸਭ ਨੂੰ ਪਤਾ ਹੈ mg ਜਿਹੜੀ ਹੈ ਇਟ ਇਜ਼ the weight of a body, ਪੂਰੀ ਬਾਡੀ ਦਾ weight vertically downward, ਇਹਨੂੰ ਬੈਲੈਂਸ ਕਰਨ ਵਾਲਾ ਕੌਣ ਹੈ, r sin ਥੀਟਾ। ਹਾਂਜੀ ਕਲੀਅਰ। ਨਾਓ r cos ਥੀਟਾ ਧਿਆਨ ਨਾਲ ਦੇਖੋ ਕਿੱਧਰ ਨੂੰ ਜਾ ਰਿਹਾ ਹੈ, horizontal forward direction 'ਚ ਜਾ ਰਿਹਾ ਹੈ। ਨਾਓ this component will help to walk, ਇਹ ਕੰਪੋਨੈਂਟ ਅੱਗੇ ਨੂੰ ਹੈ ਤੇ ਇਹਦੇ ਕਰਕੇ ਸਾਨੂੰ ਇੱਕ ਅੱਗੇ ਰਿਐਕਸ਼ਨ ਮਿਲਦਾ, ਆ ਦੇਖੋ r, ਇਹਦੇ ਕਰਕੇ ਸਾਨੂੰ ਇੱਕ ਫਾਰਵਰਡ ਰਿਐਕਸ਼ਨ ਮਿਲਦਾ ਹੈ ਜਿਹਦੇ ਕਰਕੇ ਅਸੀਂ ਜਿਹੜੀ ਹੈ ਵਾਕਿੰਗ ਕਰ ਸਕਦੇ ਹਾਂ। ਇਹਦਾ ਮਤਲਬ which component help to walk, it is a r cos theta, ਇਹ ਸਾਨੂੰ ਜਿਹੜਾ ਹੈ ਵਾਕਿੰਗ ਦੇ ਵਿੱਚ ਮਦਦ ਕਰਦਾ ਹੈ। ਜੇ ਆ ਕੰਪੋਨੈਂਟ ਸਾਨੂੰ ਨਹੀਂ ਮਿਲੇ, ਜੇ r cos ਥੀਟਾ ਕੰਪੋਨੈਂਟ ਸਾਨੂੰ ਨਹੀਂ ਮਿਲਦਾ ਤੇ ਅਸੀਂ ਬੇਟਾ ਵਾਕਿੰਗ ਜਿਹੜੀ ਹੈ ਉਹ ਆਪਾਂ ਨਹੀਂ ਕਰ ਸਕਦੇ। ਇਟ ਮੀਨਸ this component r cos theta is responsible for walking। ਤੇ ਜੇ ਬਾਈ ਚਾਂਸ ਸਾਡੇ ਕੋਲ ਫ੍ਰਿਕਸ਼ਨ ਖਤਮ ਹੋ ਗਈ, ਮੰਨ ਲਓ ਵੀ ਫਰਸ਼ ਉੱਪਰ ਗਰਾਊਂਡ ਉੱਪਰ ਕੋਈ ਪਾਣੀ ਡੁੱਲਿਆ ਜਾਂ ਤੇਲ ਆਇਲ ਜਿਹੜਾ ਡੁੱਲਿਆ, ਤੇ ਜਦੋਂ ਤੁਸੀਂ ਤੁਰਦੇ ਹੋ ਤੁਹਾਨੂੰ ਬੜੀ ਪ੍ਰੋਬਲਮ ਹੋਏਗੀ, ਤਿਲਕਣ ਹੁੰਦੀ ਹੈ। ਜੇ ਪਾਣੀ ਹੈ ਤੁਸੀਂ ਵਾਕਿੰਗ ਨਹੀਂ ਕਰ ਸਕਦੇ, ਬੜੀ ਸਲੋਲੀ ਤੁਸੀਂ ਵਾਕ ਕਰਦੇ ਹੋ। ਜੇ ਤੇਲ ਜੁੜਿਆ ਬਿਲਕੁਲ ਵੀ ਵਾਕ ਨਹੀਂ ਕਰ ਪਾਓਗੇ, ਕਿਉਂਕਿ ਜਦੋਂ ਥੱਲੇ ਸਰਫੇਸ ਉੱਪਰ ਕੋਈ ਵਾਟਰ ਜਾਂ ਆਇਲ ਹੈ ਤੇ ਤੁਸੀਂ ਆਪਣੇ ਫੀਟ ਦੇ ਨਾਲ ਉਹਨੂੰ ਗਰਾਊਂਡ ਨੂੰ ਪ੍ਰੈਸ ਨਹੀਂ ਕਰ ਪਾਉਂਦੇ, ਤੇ ਜਦੋਂ ਗਰਾਊਂਡ ਨੂੰ ਤੁਸੀਂ ਪ੍ਰੈਸ ਨਹੀਂ ਕਰ ਪਾਉਂਦੇ ਫਿਰ ਸਾਨੂੰ ਇਹ ਰਿਐਕਸ਼ਨ ਨਹੀਂ ਮਿਲਦਾ। ਜੇ ਇਹ ਰਿਐਕਸ਼ਨ ਨਹੀਂ ਮਿਲਦਾ ਫਿਰ ਸਾਨੂੰ ਇਹ ਫਾਰਵਰਡ ਕੰਪੋਨੈਂਟ ਜਿਹੜਾ ਹੈ r cos ਥੀਟਾ ਇਹ ਪੈਦਾ ਨਹੀਂ ਹੁੰਦਾ ਤੇ ਅਸੀਂ ਤੁਰ ਨਹੀਂ ਸਕਦੇ। ਇਹਦਾ ਮਤਲਬ r cos ਥੀਟਾ ਕੰਪੋਨੈਂਟ ਇਜ਼ ਰਿਸਪੌਂਸਿਬਲ ਫॉर ਵਾਕਿੰਗ। ਨਾਓ ਨੈਕਸਟ ਐਪਲੀਕੇਸ਼ਨ ਜਿਹੜੀ ਹੈ ਉਹ ਸਮਝੋ ਤੋਂ ਪਹਿਲਾਂ ਅਸੀਂ ਪਹਿਲਾਂ ਬਲੈਕ ਬੋਰਡ ਤੇ ਉਹਨੂੰ ਅਸੀਂ ਰਿਪਰੈਜ਼ੈਂਟ ਕਰ ਲੈਂਦੇ ਹਾਂ। ਨਾਓ the second application of resolution of vector is it is easier to pull a lawn roller than to push it। ਬੇਟਾ ਇੱਕ ਘਾਹ ਕੱਟਣ ਵਾਲੀ ਤੁਸੀਂ ਮਸ਼ੀਨ ਦੇਖੀ ਹੋਏਗੀ, ਉਸ ਮਸ਼ੀਨ ਨੂੰ ਜਿਹੜਾ ਹੈ ਪੁਸ਼ ਕਰਨਾ ਬਹੁਤ ਡਿਫਿਕਲਟ ਹੁੰਦਾ ਹੈ ਤੇ ਪੁੱਲ ਜਿਹੜੀ ਹੈ ਉਹ ਈਜ਼ੀਅਰ ਹੁੰਦੀ ਹੈ। ਇਸ ਤੋਂ ਇਲਾਵਾ ਇੱਕ ਰੋਲਰ ਦੇਖਿਆ ਜਿਹੜਾ ਗਰਾਊਂਡ ਨੂੰ ਪੱਧਰਾ ਕਰਦਾ ਹੈ, ਉਹਦਾ ਲੈਵਲ ਕਰਦਾ ਹੈ। ਅਸੀਂ ਕਈ ਵਾਰੀ ਲੁੱਕ ਪਾਉਂਦੇ ਆ ਸੜਕ ਦੇ ਉੱਤੇ ਤੇ ਉੱਤੇ ਰੋਲਰ ਫੇਰਦੇ ਆ, ਉਸ ਰੋਲਰ ਨੂੰ ਜਿਹੜਾ ਹੈ ਪੁੱਲ ਕਰਨਾ ਤੇ ਈਜ਼ੀ ਹੈ, ਬਟ ਉਹਨੂੰ ਜਿਹੜਾ ਪੁਸ਼ ਕਰਨਾ ਜਿਹੜਾ ਹੈ ਕਾਫੀ ਡਿਫਿਕਲਟ ਹੁੰਦਾ ਹੈ। ਵਾਈ ਇਟ ਇਜ਼ ਸੋ, ਇਸ ਤਰ੍ਹਾਂ ਕਿਉਂ ਹੁੰਦਾ ਹੈ, ਆਓ ਇਸ ਨੂੰ ਅਸੀਂ ਜਿਹੜਾ ਹੈ ਡਾਇਗਰਾਮਸ ਦੀ ਹੈਲਪ ਦੇ ਨਾਲ ਜਿਹੜਾ ਆਪਾਂ ਸਟੱਡੀ ਕਰਦੇ ਹਾਂ। ਇੱਥੇ ਦੇਖੋ ਤੁਸੀਂ ਦੋ ਡਾਇਗਰਾਮਸ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ। ਇੱਕ ਡਾਇਗਰਾਮ ਜਿਹੜੀ ਸਾਡੀ ਪਹਿਲੀ ਹੈ ਇਹਦੇ ਥੱਲੇ ਮੈਂ ਲਿਖਿਆ ਪੁਲਿੰਗ, ਤੇ ਜਿਹੜੀ ਸੈਕੰਡ ਡਾਇਗਰਾਮ ਹੈ ਇਹਦੇ ਥੱਲੇ ਲਿਖਿਆ ਹੈ ਪੁਸ਼ਿੰਗ। ਇੱਕ ਵਾਰੀ ਮੈਂ ਪੁੱਲ ਵਾਲਾ ਕੇਸ ਡਿਸਕਸ ਕਰੂੰਗਾ ਤੇ ਇੱਕ ਵਾਰੀ ਜਿਹੜਾ ਹੈ ਪੁਸ਼ ਵਾਲਾ ਕੇਸ ਡਿਸਕਸ ਕਰਾਂਗੇ, ਤੇ ਦੋਨਾਂ ਦੇ ਜੋ ਰਿਜ਼ਲਟ ਆਣਗੇ ਉਥੋਂ ਤੁਹਾਨੂੰ ਜਿਹੜਾ ਹੈ ਇਸ ਕੁਐਸਚਨ ਦਾ ਆਨਸਰ ਮਿਲੇਗਾ। ਨਾਓ ਦਿਸ ਇਜ਼ ਅ lawn roller,
ਇਹ ਰੋਲਰ ਹੈ, ਦੇਖੋ ਜਿਹੜਾ ਤੁਸੀਂ ਮੈਂ ਜਿਹੜਾ ਸ਼ੇਡਡ ਕੀਤਾ ਹੈ, ਇਹ ਰੋਲਰ ਹੈ ਜਿਹੜਾ ਉਹ ਸਿਲੰਡਰੀਕਲ ਸ਼ੇਪ ਹੁੰਦਾ ਹੈ, ਤੇ ਇਹ ਉਹਦਾ ਹੈਂਡਲ ਹੈ ਜਿਹਦੇ ਰਾਹੀਂ ਤੁਸੀਂ ਉਸ ਨੂੰ ਧੱਕਾ ਲਗਾਉਣਾ ਹੈ ਜਾਂ ਪੁੱਲ ਕਰਨਾ ਹੈ ਜਾਂ ਉਹਨੂੰ ਅਸੀਂ ਪੁਸ਼ ਕਰਨਾ ਹੈ। ਇਹ ਸਾਡਾ ਇੱਕ ਕੰਪਲੀਟ ਰੋਲਰ ਹੈ ਇਸ ਤੱਕ, ਤੇ ਇਹ ਸਾਡੀ ਥੱਲੇ ਜਿਹੜੀ ਹੈ ਗਰਾਊਂਡ ਹੈ, ਇਹ ਵਾਈਟ ਕਲਰ ਦੀ ਲਾਈਨ ਇਟ ਰਿਪਰੈਜ਼ੈਂਟ ਦਾ ਗਰਾਊਂਡ। ਨਾਓ ਇਧਰ ਦੇਖੋ, ਇਹ ਜਿਹੜੀ ਐਰੋ ਦੀ ਡਾਇਰੈਕਸ਼ਨ ਦੇਖੋ, ਮੈਂ ਕੀ ਕਰ ਰਿਹਾ, ਇਸ ਨੂੰ ਮੈਂ ਜਿਹੜੀ ਫੋਰਸ ਲਗਾਈ ਹੈ ਦੇਖੋ ਉੱਪਰ ਨੂੰ ਫੋਰਸ ਲਗਾਈ ਹੈ, ਹਾਂਜੀ ਉੱਪਰ ਨੂੰ। ਇਹਦਾ ਮਤਲਬ ਹੈ ਕਿ ਲੌਨ ਰੋਲਰ ਨੂੰ ਮੈਂ ਰੋਲਰ ਨੂੰ ਜਿਹੜਾ ਪੁੱਲ ਕਰਨ ਲੱਗਾ, ਪਿਛਾਂਹ ਨੂੰ ਖਿੱਚਣ ਲੱਗਾ, ਦੇਖੋ ਹਾਂਜੀ ਕਲੀਅਰ। ਜਦੋਂ ਮੈਂ ਫੋਰਸ ਉੱਪਰ ਲਗਾਈ, ਕਹਿਣ ਦਾ ਮਤਲਬ ਇਹਨੂੰ ਮੈਂ ਪੁੱਲ ਕੀਤਾ, ਤੇ ਫਿਰ ਕੀ ਹੋਇਆ, ਇਹ ਸਾਰੀ ਫੋਰਸ ਜਿਹੜੀ ਹੈ ਇਸ ਵੈਕਟਰ ਦਾ ਜਿਹੜਾ ਆ ਜੇ ਟੇਲ, ਕਿਉਂਕਿ ਇਹਨੇ ਖਿੱਚਿਆ ਜਾਣਾ ਹੈ, ਰੋਲਰ ਨੇ ਇੱਧਰ ਆਣਾ ਹੈ, ਇਹ ਉਹਦੀ ਟੇਲ ਹੈ। ਇਸ ਟੇਲ ਨੂੰ, ਇਸ ਫੋਰਸ ਨੂੰ ਮੈਂ ਦੇਖੋ ਦੋ ਪਾਰਟਸ ਵਿੱਚ ਜਿਹੜਾ ਹੈ ਰਿਜ਼ੋਲਵ ਕਰ ਲਿਆ। ਹਾਂਜੀ ਰੈਜ਼ੋਲੂਸ਼ਨ ਕਿਵੇਂ ਕੀਤੀ ਸੀ, ਦੋ ਪਰਪੈਂਡੀਕੂਲਰ ਵੈਕਟਰ ਮੈਂ ਆਪਾਂ ਡਰਾ ਕਰਤੇ, ਤੇ ਇਹ ਫੋਰਸ ਜਿਹੜੀ ਹੈ ਦੇਖੋ ਉਹਨਾਂ ਦੇ ਅੰਦਰ ਆ ਗਈ। ਹਾਂਜੀ ਕਲੀਅਰ। ਤੇ ਮੰਨ ਲਓ ਕਿ ਥੀਟਾ ਐਂਗਲ ਹੈ ਜਿਹੜਾ ਫੋਰਸ ਨੇ ਗਰਾਊਂਡ ਦੇ ਨਾਲ ਬਣਾਇਆ, ਇਧਰ ਨੂੰ ਕੀ ਹੈ ਗਰਾਊਂਡ, ਹੋਰੀਜ਼ੋਨਟਲ ਡਾਇਰੈਕਸ਼ਨ ਦੇ ਨਾਲ ਜਿਹੜਾ ਐਂਗਲ ਥੀਟਾ ਜਿਹੜਾ ਬਣਾਇਆ, ਕਿੰਨੇ ਬਣਾਇਆ, ਫੋਰਸ ਨੇ। ਇਫ ਦਿਸ ਇਜ਼ ਐਂਗਲ ਥੀਟਾ, ਤੇ ਜਿਹੜੇ ਪਾਸੇ ਐਂਗਲ ਬਣਦਾ ਹੈ ਉਸ ਪਾਸੇ ਸਾਡਾ ਕਿਹੜਾ ਕੰਪੋਨੈਂਟ ਹੁੰਦਾ ਹੈ, that will be the f cos theta, ਤੇ ਦੂਸਰਾ ਜਿਹੜਾ ਸਾਡਾ ਕੰਪੋਨੈਂਟ ਹੋਏਗਾ it will be f sin theta। ਇਹ ਦੋ ਕੰਪੋਨੈਂਟ ਸਾਡੇ ਤਿਆਰ ਹੋ ਗਏ, ਇੱਕ f cos ਤੇ ਇੱਕ ਸਾਡੇ ਕੋਲ ਆ ਗਿਆ f sin theta। ਹਾਂਜੀ ਕਲੀਅਰ। ਇਸ ਸਾਰੇ ਰੋਲਰ ਦਾ ਜਿਹੜਾ weight ਹੈ, weight W, ਜਿਹਨੂੰ ਲਿਖਦੇ ਆ mg, it act vertically downward। ਇੱਕ ਪੁਆਇੰਟ ਤੁਸੀਂ ਆਪਣਾ ਹਮੇਸ਼ਾ ਯਾਦ ਰੱਖੋ ਕਿ ਜਿਹੜਾ weight ਹੁੰਦਾ ਹੈ ਕਿਸੇ ਵੀ ਬੋਡੀ ਦਾ, ਉਹ ਹਮੇਸ਼ਾ ਵਰਟੀਕਲੀ ਡਾਊਨਵਰਡ ਹੁੰਦਾ ਹੈ, ਕਿਉਂਕਿ ਗ੍ਰੈਵਿਟੀ ਡਾਊਨਵਰਡ ਹੈ। ਸਾਨੂੰ ਜਿੰਨੀ ਫੋਰਸ ਨਾਲ ਅਰਥ ਖਿੱਚਦੀ ਹੈ ਆਪਣੇ ਸੈਂਟਰ ਵੱਲ, ਉਹ ਸਾਡਾ ਜਿਹੜਾ ਹੈ weight ਬਣ ਜਾਂਦਾ ਹੈ। ਨਾਓ weight is acting vertically downward। ਇਹਨਾਂ ਕਲੀਅਰ ਹੋ ਗਿਆ। ਨਾਓ ਇਹਨਾਂ ਦੋਨਾਂ ਪੁਆਇੰਟਾਂ ਨੂੰ ਧਿਆਨ ਨਾਲ ਦੇਖੋ, ਇੱਕ ਫੋਰਸ ਵਰਟੀਕਲੀ ਡਾਊਨਵਰਡ ਲੱਗ ਰਹੀ ਹੈ ਤੇ ਇੱਕ ਜਿਹੜੀ ਹੈ f sin theta vertically upward ਆ ਗਈ। ਇਹ ਕਿੱਥੋਂ ਆਈ ਸੀ, ਜਦੋਂ f ਨੂੰ ਅਸੀਂ ਦੋ ਪਾਰਟਸ ਵਿੱਚ ਡਿਵਾਈਡ ਕਰ ਲਿਆ, ਕਹਿਣ ਦਾ ਮਤਲਬ ਜਦੋਂ ਇਹਦੀ ਅਸੀਂ ਰੈਜ਼ੋਲੂਸ਼ਨ ਕਰ ਲਈ। ਨਾਓ f sin theta ਤੇ weight they are in the same direction ਕਿ opposite direction, ਇੱਕ ਡਾਊਨਵਰਡ ਇੱਕ ਕੀ ਆ ਗਿਆ ਸਾਡੇ ਕੋਲ ਅਪਵਰਡ ਆ ਗਿਆ। ਇਸ ਫੋਰਸ ਕਰਕੇ ਕੀ ਹੋਏਗਾ ਕਿ ਸਾਡਾ ਜਿਹੜਾ weight ਹੈ ਉਹਦੀ ਵੈਲਿਊ ਥੋੜੀ ਘਟੇਗੀ, ਕਹਿਣ ਦਾ ਮਤਲਬ ਜਿਹੜਾ ਸਾਡਾ ਇਫੈਕਟਿਵ weight ਹੋਏਗਾ, ਹਾਂਜੀ ਇਫੈਕਟਿਵ weight ਆਫ ਦੀ ਰੋਲਰ it will be equal to ਜਿੰਨਾ ਪਹਿਲਾਂ ਸੀ, ਪਹਿਲਾਂ ਕਿੰਨਾ ਸੀਗਾ ਸਾਡੇ ਕੋਲ mg ਦੇ ਵਿੱਚੋਂ ਅਸੀਂ ਮਾਈਨਸ ਕਰ ਦਾਂਗੇ ਕਿੰਨਾ, ਜਿਹੜਾ ਉਹਦੇ ਆਪੋਜ਼ਿਟ ਲੱਗ ਗਿਆ। ਇਹ ਕਿਹੜਾ ਕੇਸ ਹੈ, ਇਫੈਕਟਿਵ weight ਆਫ ਦੀ ਰੋਲਰ it will get decreased, ਇਹ ਘਟ ਗਿਆ ਦੇਖੋ mg minus f sin theta। ਹੁਣ ਇਹ ਕਿਸ ਤਰ੍ਹਾਂ ਹੋ ਗਿਆ, ਮੰਨ ਲਓ ਦੇਖੋ ਆ ਇੱਕ ਬਾਕਸ ਹੈ ਮੇਰੇ ਹੱਥ ਉੱਪਰ ਪਿਆ, ਇਹਦਾ ਸਾਰਾ weight ਮੇਰੇ ਹੈਂਡ ਉੱਪਰ ਪੈ ਰਿਹਾ ਦੇਖੋ, ਤੇ weight ਕਿੱਧਰ ਨੂੰ ਪੈ ਰਿਹਾ, ਡਾਊਨਵਰਡ। ਮੰਨ ਲਓ ਕਿ ਇਹ ਚੀਜ਼ ਮੇਰੇ ਕੋਲ ਚੁੱਕੀ ਨਹੀਂ ਜਾ ਰਹੀ, ਤੇ ਮੈਂ ਤੁਹਾਨੂੰ ਕਹਿਣਾ ਕਿ ਬੇਟਾ ਹੈਲਪ ਕਰੋ, ਤੁਸੀਂ ਕਿੱਧਰ ਨੂੰ ਫੋਰਸ ਲਗਾਓਗੇ, ਇਹ ਮੈਂ ਹੱਥ ਉੱਪਰ ਰੱਖੀ ਹੈ, ਮੇਰੇ ਕੋਲ ਚੁੱਕੀ ਨਹੀਂ ਜਾ ਰਹੀ ਕਿਉਂਕਿ ਇਹਦਾ weight ਮੇਰੇ ਹੱਥ ਤੇ ਪੈ ਰਿਹਾ ਹੈ, ਤੇ ਮੈਂ ਕਹਿੰਦਾ ਬੇਟਾ ਇਹਨੂੰ ਹੈਲਪ ਕਰੋ, ਤੁਸੀਂ ਕਿੱਧਰ ਫੋਰਸ ਲਗਾਓਗੇ, ਉੱਪਰ ਨੂੰ ਫੋਰਸ ਲਗਾਓਗੇ। ਜਦੋਂ ਤੁਸੀਂ ਉੱਪਰ ਨੂੰ ਫੋਰਸ ਲਗਾਈ ਤੇ ਮੇਰੇ ਹੈਂਡ ਉੱਪਰ ਕੀ ਮਹਿਸੂਸ ਹੋਏਗਾ, ਮੈਨੂੰ ਲੱਗੇਗਾ ਕਿ ਇਹਦਾ weight ਜਿਹੜਾ ਹੈ ਹੁਣ ਡਿਕਰੀਜ਼ ਹੋ ਗਿਆ। ਕਿੰਨਾ ਡਿਕਰੀਜ਼ ਹੋ ਗਿਆ, ਜਿੰਨਾ ਇਹਦਾ weight ਹੈ ਉਹਦੇ ਵਿੱਚੋਂ ਮੈਂ ਮਾਈਨਸ ਕਰ ਦੂੰਗਾ ਜਿੰਨੀ ਤੁਸੀਂ ਫੋਰਸ ਲਗਾਓਗੇ ਅਪਵਰਡ ਡਾਇਰੈਕਸ਼ਨ ਦੇ ਵਿੱਚ। ਹੁਣ ਇਹਦਾ weight ਕਿੰਨਾ ਸੀ, mg, ਤੇ ਇੱਕ ਫੋਰਸ ਉੱਪਰ ਲੱਗਣ ਕਰਕੇ ਇਸ ਰੋਲਰ ਦਾ ਜਿਹੜਾ ਇਫੈਕਟਿਵ weight ਹੈ ਉਹ ਡਿਕਰੀਜ਼ ਹੋ ਗਿਆ। ਕਿੰਨਾ ਹੋ ਗਿਆ, mg ਦੇ ਵਿੱਚੋਂ ਇਹ ਵਾਲੀ ਜਿਹੜੀ ਫੋਰਸ ਹੈ ਉਹ ਮਾਈਨਸ ਹੋ ਗਈ। ਕਹਿਣ ਦਾ ਮਤਲਬ ਹੈ weight ਜਿਹੜਾ ਹੈ ਉਹ ਡਿਕਰੀਜ਼ ਹੋ ਚੁੱਕਾ ਹੈ। ਆਈ ਥਿੰਕ ਇਹ ਤੁਸੀਂ ਨੋਟ ਕਰ ਲਈ ਚੀਜ਼। ਓਕੇ, ਨਾਓ ਦੂਸਰਾ ਕੇਸ ਪੁਸ਼ਿੰਗ ਵਾਲਾ ਕੇਸ ਦੇਖਦੇ ਹਾਂ।
ਸੇਮ ਆ ਜੇ ਤੁਹਾਡਾ ਜਿਹੜਾ ਰੋਲਰ ਜਿਹਨੂੰ ਅਸੀਂ ਸ਼ੇਡਡ ਕੀਤਾ ਹੈ, ਇਹ ਰੋਲਰ ਦਾ ਜਿਹੜਾ ਹੈ ਉਹ ਹੈਂਡਲ ਹੋ ਗਿਆ। ਤੇ ਹੁਣ ਅਸੀਂ ਕੀ ਕਰਨਾ ਹੈ, ਇਹਨੂੰ ਅਸੀਂ ਪੁਸ਼ ਕਰਨਾ ਹੈ। ਤੇ ਜਦੋਂ ਅਸੀਂ ਇਸ ਨੂੰ ਪੁਸ਼ ਕਰਾਂਗੇ ਲਾਈਕ ਦਿਸ, ਤੇ ਫੋਰਸ ਦੀ ਡਾਇਰੈਕਸ਼ਨ ਦੇਖੋ, ਇਟ ਵਿਲ ਬੀ ਇਨ ਦਾ ਡਾਇਰੈਕਸ਼ਨ ਇੰਕਲਾਈਨ ਟੂ ਗਰਾਊਂਡ। ਇਹ ਗਰਾਊਂਡ ਵਾਲੇ ਪਾਸੇ ਫੋਰਸ ਲਗਾਵਾਂਗੇ। ਹਾਂਜੀ, ਤੁਸੀਂ ਇਹਨੂੰ ਦੇਖੋ ਡਾਊਨਵਰਡ ਫੋਰਸ ਲਗਾ ਦਿੱਤੀ। ਓਕੇ, ਨਾਓ ਜਦੋਂ ਇੱਥੇ ਫੋਰਸ ਲਗਾਈ, ਇਹ ਸਾਰੀ ਫੋਰਸ ਜਿਹੜੀ ਦੇਖੋ ਧਿਆਨ ਨਾਲ ਗਰਾਊਂਡ ਤੇ ਲੱਗੇਗੀ। ਆ ਫੋਰਸ ਦਾ ਇੱਥੇ ਅਸੀਂ ਟੇਲ ਲਿਆਏ। ਅਸੀਂ ਪਹਿਲਾਂ ਹੀ ਪੜਿਆ ਸੀ ਕਿ ਵੈਕਟਰ ਨੂੰ ਉਹਦੇ ਪੈਰਲਲ ਜਿੱਥੇ ਮਰਜ਼ੀ ਸ਼ਿਫਟ ਕਰ ਸਕਦੇ ਆ। ਇਹ ਸਾਰੀ ਫੋਰਸ ਲੱਗੇਗੀ ਰੋਲਰ ਦੇ ਉੱਤੇ। ਰੋਲਰ ਦੇ ਉੱਪਰ ਫੋਰਸ ਲੱਗੀ ਹੈ ਲਾਈਕ ਦਿਸ। ਹਾਂਜੀ, ਕਲੀਅਰ। ਇਹ ਹੋਗੀ ਫੋਰਸ ਦੀ ਟੇਲ। ਤੇ ਇਸ ਫੋਰਸ ਨੂੰ ਦੋ ਪਾਰਟਸ ਵਿੱਚ ਅਸੀਂ ਡਿਵਾਈਡ ਕਰਾਂਗੇ। ਇਹਦੀ ਵੀ ਦੁਬਾਰਾ ਰੈਜ਼ੋਲੂਸ਼ਨ ਕਰਾਂਗੇ। ਹਾਂਜੀ, ਕਿਸ ਤਰ੍ਹਾਂ ਰੈਜ਼ੋਲੂਸ਼ਨ ਕਰਾਂਗੇ? ਇਹ ਫੋਰਸ ਹੈ, ਇਥੋਂ ਦੋ ਪਰਪੈਂਡੀਕੂਲਰ ਡਰਾ ਕੀਤੇ, ਆ ਦੇਖੋ, ਇੱਕ ਡਾਊਨਵਰਡ, ਇੱਕ ਹੋਰੀਜ਼ੋਨਟਲ। ਤੇ ਇਹ ਵਾਲੀ ਜਿਹੜੀ ਫੋਰਸ ਹੈ ਇਹਨਾਂ ਦੋਨਾਂ ਦੇ ਵਿੱਚ ਆਣੀ ਚਾਹੀਦੀ ਹੈ। ਲੇਕਿਨ ਇੱਧਰ ਦੇਖੋ, ਇਹ ਫੋਰਸ ਸੀ, ਇੱਕ ਇੱਧਰ ਆ ਗਿਆ, ਇੱਕ ਉੱਪਰ ਜਾਏਗੀ, ਕਿਉਂਕਿ ਆ ਵੈਕਟਰ ਹੈ ਅਲੋਂਗ ਦਿਸ ਸਾਈਡ। ਹੁਣ ਫੋਰਸ ਇੱਧਰ ਨੂੰ ਹੈ, ਟੇਲ ਤੋਂ ਇਹਨੂੰ ਦੋ ਪਾਰਟਸ ਵਿੱਚ ਜਿਹੜਾ ਆਪਾਂ ਰਿਜ਼ੋਲਵ ਕਰ ਲਿਆ। ਨਾਓ ਤੇ ਐਂਗਲ ਕਿੰਨਾ ਬਣਿਆ ਸੀ ਗਰਾਊਂਡ ਦੇ ਨਾਲ? ਹੋਰੀਜ਼ੋਨਟਲ ਡਾਇਰੈਕਸ਼ਨ ਦਾ ਕਿੰਨਾ ਐਂਗਲ ਸੀਗਾ? ਥੀਟਾ। ਨਾਓ ਦਿਸ ਇਜ਼ ਹੋਰੀਜ਼ੋਨਟਲ ਡਾਇਰੈਕਸ਼ਨ, ਅਗੇਨ ਇਟ ਇਜ਼ ਥੀਟਾ। ਜਿਹੜੇ ਪਾਸੇ ਐਂਗਲ ਬਣੇ ਉਧਰ ਵਾਲੇ ਪਾਸੇ ਕੰਪੋਨੈਂਟ ਕਿਹੜਾ ਆ ਗਿਆ? f cos ਥੀਟਾ। ਤੇ ਦੂਸਰਾ ਕੰਪੋਨੈਂਟ ਸਾਡਾ ਦੇਖੋ ਧਿਆਨ ਨਾਲ, f sin ਥੀਟਾ। ਇਹ ਵਾਲਾ ਕੰਪੋਨੈਂਟ ਜਿਹੜਾ ਹੈ ਵਰਟੀਕਲੀ ਡਾਊਨਵਰਡ ਆ ਗਿਆ। ਹਾਂਜੀ, ਇਹ ਡਾਊਨਵਰਡ। weight ਕਿੱਧਰ ਨੂੰ ਹੈ? weight ਵੀ ਡਾਊਨਵਰਡ। ਤੇ f sin ਥੀਟਾ ਕਿੱਧਰ ਨੂੰ ਹੈ? ਇਹ ਵੀ ਡਾਊਨਵਰਡ ਹੋ ਗਿਆ। ਹਾਂਜੀ, ਕਲੀਅਰ। ਹੁਣ ਮੈਨੂੰ ਆ ਦੱਸੋ, ਦੋਨੋਂ ਸੇਮ ਡਾਇਰੈਕਸ਼ਨ 'ਚ ਐਕਟ ਕਰ ਰਹੇ ਨੇ। ਮੰਨ ਲਓ ਵੀ ਇਹ ਰੋਲਰ ਹੈ, ਇਸ ਰੋਲਰ ਦਾ weight ਤੇ ਜਿਹੜਾ ਹੈ ਕਿੱਧਰ ਨੂੰ ਹੈ? ਡਾਊਨਵਰਡ। ਤੇ ਇੱਕ ਮੈਂ ਫੋਰਸ ਇਹਦੇ ਉੱਪਰ ਹੋਰ ਲਗਾਤੀ, ਇੱਕ weight ਹੋਰ ਰੱਖਦਾ, ਇਹਦਾ weight ਵੀ ਡਾਊਨਵਰਡ ਹੋਏਗਾ। ਦੱਸੋ ਫਿਰ ਮੇਰੇ ਹੱਥ ਉੱਪਰ ਜਿਹੜਾ ਹੈ weight ਵੱਧ ਗਿਆ ਕਿ ਘਟ ਗਿਆ? ਹਾਂਜੀ, weight ਵੱਧ ਜਾਏਗਾ ਕਿਉਂਕਿ ਦੋਨਾਂ ਦੀ ਫੋਰਸ ਦੀ ਡਾਇਰੈਕਸ਼ਨ ਸੇਮ ਹੈ। ਹੁਣ ਦੱਸੋ ਇਫੈਕਟਿਵ weight ਕਿੰਨਾ ਆਏਗਾ? ਇਸ ਕੇਸ ਵਿੱਚ ਇਫੈਕਟਿਵ weight ਜਿਹੜਾ ਆਏਗਾ, ਇਹ ਦੋਨਾਂ ਨੂੰ ਅਸੀਂ ਪਲੱਸ ਕਰਾਂਗੇ, W ਪਲੱਸ ਸਾਡੇ ਕੋਲ ਆ ਜਾਏਗਾ F sin ਥੀਟਾ। F sin ਥੀਟਾ। ਹਾਂਜੀ, ਕਲੀਅਰ। ਆਈ ਥਿੰਕ ਇਹ ਤੁਸੀਂ ਪਤਾ ਲੱਗ ਗਿਆ। ਨਾਓ weight ਇੰਕਰੀਜ਼ ਕੇ ਡਿਕਰੀਜ਼ ਹੋਇਆ, ਦੇਖੋ ਪਲੱਸ ਹੋ ਗਏ ਨੇ। ਇਹਦਾ ਮਤਲਬ ਜਿਹੜਾ ਇਹ weight ਹੈ ਇਫੈਕਟਿਵ weight ਵੱਧ ਗਿਆ। ਪਹਿਲੇ ਕੇਸ 'ਚ ਇਫੈਕਟਿਵ weight ਘਟ ਗਿਆ ਸੀ ਜਦੋਂ ਪੁਲਿੰਗ ਕੀਤੀ। ਦੂਸਰੇ ਕੇਸ ਵਿੱਚ ਸਾਡਾ ਇਫੈਕਟਿਵ weight ਇੰਕਰੀਜ਼ ਹੋ ਗਿਆ। ਤੇ ਜਿਹੜੀ ਫ੍ਰਿਕਸ਼ਨ ਹੁੰਦੀ ਹੈ, ਜਿਹੜੀ ਰਗੜ, ਠੀਕ ਹੈ, ਉਹ ਫ੍ਰਿਕਸ਼ਨ ਜਿਹੜੀ ਹੈ ਉਹ weight ਤੇ ਡਿਪੈਂਡ ਕਰਦੀ ਹੈ। ਤੇ ਜਦੋਂ weight ਜ਼ਿਆਦਾ ਹੋ ਗਿਆ ਉਦੋਂ ਫਿਰ ਫ੍ਰਿਕਸ਼ਨ ਵੀ ਜ਼ਿਆਦਾ ਹੋਏਗੀ। ਤੇ ਫਿਰ ਸਾਨੂੰ ਜਿਹੜਾ ਧੱਕਾ ਲਗਾਉਣਾ, ਪੁਸ਼ ਕਰਨਾ ਡਿਫਿਕਲਟ ਹੋ ਗਿਆ। ਪੁਸ਼ ਕਰਨਾ ਡਿਫਿਕਲਟ ਕਿਉਂ? ਇਫੈਕਟਿਵ weight ਵੱਧ ਗਿਆ। ਇਫੈਕਟਿਵ weight ਕਰਕੇ ਸਾਨੂੰ ਜ਼ਿਆਦਾ ਫੋਰਸ ਲਗਾ ਕੇ ਉਹਨੂੰ ਜਿਹੜਾ ਹੈ ਪੁਸ਼ ਕਰਨਾ ਪਏਗਾ। ਪੁਲਿੰਗ ਵਾਲੇ ਕੇਸ ਵਿੱਚ ਇਫੈਕਟਿਵ weight ਡਿਕਰੀਜ਼ ਹੋ ਗਿਆ। ਤੇ ਜਦੋਂ ਇਫੈਕਟਿਵ weight ਡਿਕਰੀਜ਼ ਹੋ ਗਿਆ, then you can easily pull the lawn roller. Now these two are the examples of resolution of vector, ਇੱਕ walking ਤੇ ਇੱਕ ਜਿਹੜਾ ਹੈ lawn roller ਵਾਲੀ। ਇਹ ਦੋਨੋਂ ਐਗਜ਼ਾਮਪਲਸ ਜਿਹੜੀਆਂ ਨੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਨਾਓ ਜੇ ਮੈਂ ਕਹਾਂ ਕਿ ਰੋਲਰ ਦਾ ਹੈਂਡਲ ਜਿਹੜਾ ਹੈ ਬਿਲਕੁਲ ਅਸੀਂ ਸਿੱਧਾ ਕਰ ਲਈਏ, ਰੋਲਰ ਦਾ ਹੈਂਡਲ ਲਾਈਕ ਦਿਸ, ਇਸ ਤਰ੍ਹਾਂ ਹੋਵੇ ਬੇਟਾ, ਫਿਰ ਕੀ ਹੋਏਗਾ? ਜਦੋਂ ਮੈਂ ਇਹਨੂੰ ਪੁੱਲ ਕਰਾਂਗਾ ਲਾਈਕ ਦਿਸ, ਸਿੱਧਾ ਹੋਰੀਜ਼ੋਨਟਲ ਹੈਂਡਲ ਕਰਕੇ ਮੈਂ ਇਹਨੂੰ ਪੁੱਲ ਕਰਦਾ, ਬਿਲਕੁਲ ਹੋਰੀਜ਼ੋਨਟਲ ਕਰ ਲਿਆ। ਨਾਓ ਵਾਟ ਵਿਲ ਬੀ ਦਾ ਐਂਗਲ? ਐਂਗਲ ਜਿਹੜਾ ਥੀਟਾ ਬਣਦਾ ਪਿਆ ਸੀ, ਆ ਵਾਲਾ ਐਂਗਲ, ਉਹ ਤੇ ਹੋਰੀਜ਼ੋਨਟਲ ਨਾਲ ਬਣਦਾ ਪਿਆ ਤੇ ਮੇਰੀ ਫੋਰਸ ਵੀ ਹੋਰੀਜ਼ੋਨਟਲ ਹੀ ਹੋਗੀ। ਦੇਖੋ ਪਹਿਲਾ ਐਂਗਲ ਆ ਬਣਦਾ ਸੀ, ਪਹਿਲਾਂ ਇੱਧਰ F ਸੀ ਤੇ ਆ ਐਂਗਲ ਥੀਟਾ ਹੈ। ਤੇ ਜਦੋਂ ਮੈਂ F ਨੂੰ ਇਹਦੇ ਉੱਤੇ ਹੀ ਕਰ ਲਿਆ ਤੇ ਦੱਸੋ ਮੇਰਾ ਐਂਗਲ ਘਟ ਕੇ ਕਿੰਨਾ ਹੋ ਗਿਆ? ਪੂਰਾ ਜਿਹੜਾ ਹੈ ਐਂਗਲ ਦੀ ਵੈਲਿਊ ਕਿੰਨੀ ਹੋ ਗਈ ਮੇਰੀ? 0 ਡਿਗਰੀ ਹੋ ਗਈ। ਇਹਦਾ ਮਤਲਬ ਜਦੋਂ ਅਸੀਂ ਰੋਲਰ ਨੂੰ ਪੁੱਲ ਕਰੀਏ ਭਾਵੇਂ ਪੁਸ਼ ਕਰੀਏ, ਠੀਕ ਹੈ, ਬਿਲਕੁਲ ਹੋਰੀਜ਼ੋਨਟਲ ਡਾਇਰੈਕਸ਼ਨ ਦੇ ਵਿੱਚ, ਠੀਕ ਹੈ, ਦੈਨ ਐਂਗਲ ਕਿੰਨਾ ਆਏਗਾ? ਥੀਟਾ। ਤੇ ਇੱਥੇ ਅਸੀਂ ਜੇ ਥੀਟਾ ਭਰਾਂਗੇ
0 ਡਿਗਰੀ ਤੇ ਜਦੋਂ 0 ਭਰਾਂਗੇ ਤੇ sin 0 ਦੀ ਵੈਲਿਊ ਕਿੰਨੀ ਹੁੰਦੀ ਹੈ 0 ਇਹ 0 ਹੋਣ ਕਰਕੇ ਸਾਡੇ ਕੋਲ ਆਨਸਰ ਕੀ ਆਏਗਾ ਜਸਟ ਇਫੈਕਟਿਵ weight mg। ਇੱਥੇ ਵੀ ਜਦੋਂ ਅਸੀਂ 0 ਭਰਾਂਗੇ ਪੁਸ਼ ਵਾਲੇ ਕੇਸ 'ਚ ਇਹ ਸਾਰਾ ਹੀ 0 ਹੋ ਜਾਏਗਾ ਤੇ ਸਾਡੇ ਕੋਲ ਇਫੈਕਟਿਵ weight ਅਗੇਨ ਇਕੁਅਲ ਟੂ mg weight ਦੇ ਬਰਾਬਰ ਆਏਗਾ। ਕਹਿਣ ਦਾ ਮਤਲਬ ਭਾਵੇਂ ਪੁੱਲ ਕਰੋ ਤੇ ਭਾਵੇਂ ਪੁਸ਼ ਕਰੋ ਠੀਕ ਹੈ ਇਫੈਕਟਿਵ weight 'ਚ ਫਰਕ ਨਹੀਂ ਪਏਗਾ। ਇਹਦਾ ਮਤਲਬ ਦੋਨਾਂ ਕੇਸਾਂ ਵਿੱਚ ਸਾਨੂੰ ਬਰਾਬਰ ਦੀ ਹੀ ਫੋਰਸ ਜਿਹੜੀ ਹੈ ਉਹ ਲਗਾਉਣੀ ਪਏਗੀ। ਆਈ ਥਿੰਕ ਕਿ ਤੁਸੀਂ ਅੱਜ ਦਾ ਟੌਪਿਕ ਜਿਹੜਾ ਹੈ ਇਹਨੂੰ ਚੰਗੇ ਤਰੀਕੇ ਦੇ ਨਾਲ ਸਮਝ ਲਓਗੇ ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਯੂ ਕੈਨ ਆਸਕ ਮੀ ਬਾਈ ਸੈਂਡਿੰਗ ਅ ਕੁਐਸਚਨ ਟੂ ਮੀ ਠੀਕ ਹੈ ਔਨ ਦਾ YouTube ਚੈਨਲ ਦੀਪ ਕਲਾਸਿਸ ਆਫ ਫਿਜ਼ਿਕਸ। ਤੇ ਜੇ ਤੁਹਾਨੂੰ ਇਹ ਅੱਜ ਦੀ ਵੀਡੀਓ ਸਮਝ ਲੱਗੀ ਹੈ ਚੈਨਲ ਨੂੰ ਲਾਈਕ ਜ਼ਰੂਰ ਕਰਿਓ, ਸਬਸਕ੍ਰਾਈਬ ਵੀ ਜਿਹੜਾ ਹੈ ਉਹਨੂੰ ਜ਼ਰੂਰ ਕਰਨਾ ਹੈ। ਥੈਂਕ ਯੂ।